हेलो बच्चों, चलो अज असी करते हैं क्लास 10 साइंस का चैप्टर नंबर 10 जिसका टाइटल है लाइट रिफ्लैक्शन एंड रिफ्रैक्शन। ते अज असी इस चैप्टर का 6th पार्ट करन जा रहे हैं। पंजाबी विच अध्याय 10 नूं असी प्रकाश परावर्तन अते अपवर्तन भी कहने हैं और जिहड़ा 6वां पार्ट है इस चैप्टर का उहदे विच असी प्रकाश का अपवर्तन ही अगों कंटिन्यू कर रहे हैं। अज असी करांगे रिफ्रैक्टिव इंडैक्स के बारे डिटेल च डिस्कशन। इस चैप्टर की वीडियो 5th ਦੇ ਵਿੱਚ ਅਸੀਂ ਰਿਫਰੈਕਸ਼ਨ ਆਫ ਲਾਈਟ ਯਾਨੀ ਕਿ ਪ੍ਰਕਾਸ਼ ਦੇ ਅਪਵਰਤਨ ਦੀ ਗੱਲ ਕੀਤੀ ਸੀ। ਅਸੀਂ ਕਿਹਾ ਸੀਗਾ ਕਿ ਇਹ ਕੀ ਹੁੰਦਾ, ਇਹ ਇਹੋ ਜਿਹਾ ਪ੍ਰੋਸੈਸ ਹੈ ਜਿਹਦੇ ਵਿੱਚ ਕਿ ਜਿਹੜੀ ਲਾਈਟ ਹੈ ਉਹ ਜਦੋਂ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ 'ਚ ਜਾਂਦੀ ਹੈ ਤੇ ਆਪਣਾ ਰਸਤਾ ਬਦਲ ਲੈਂਦੀ ਹੈ, ਪਾਥ ਬਦਲ ਲੈਂਦੀ ਹੈ। ਸੋ ਫਿਨੋਮੀਨਾ ਆਫ ਚੇਂਜ ਇਨ ਦਾ ਪਾਥ ਆਫ ਲਾਈਟ ਔਨ ਗੋਇੰਗ ਫਰੋਮ ਵਨ ਮੀਡੀਅਮ ਟੂ ਅਨਦਰ ਇਜ਼ ਕਾਲਡ ਰਿਫਰੈਕਸ਼ਨ ਆਫ ਲਾਈਟ। ਥੋੜਾ ਜਿੰਨਾ ਰਿਵਾਈਜ਼ ਕਰ ਲੈਂਦੇ ਆ ਤਾਂ ਕਿ ਅੱਗੋਂ ਲਿੰਕ ਬਣ ਜਾਵੇ। ਅਸੀਂ ਡਾਇਗਰਾਮ ਦੇਖਦੇ ਹਾਂ ਰਿਫਰੈਕਸ਼ਨ ਆਫ ਲਾਈਟ ਥਰੂ ਅ ਰੈਕਟੈਂਗੂਲਰ ਗਲਾਸ ਸਲੈਬ। ਸੋ ਆਪਣੇ ਕੋਲ ਆ ਇੱਕ ਗਲਾਸ ਸਲੈਬ ਪਈ ਹੈ, ਇਹਦੇ ਆਸੇ-ਪਾਸੇ 에ਅਰ ਆ, ਠੀਕ ਆ। ਸੋ ਆ ਹੋ ਗਈ 에ਅਰ, ਆ ਹੋ ਗਿਆ ਗਲਾਸ। ਇੰਸੀਡੈਂਟ ਰੇ ਜਿਹੜੀ ਆ EF ਉਹ ਆ ਰਹੀ ਆ ਔਰ ਇਹ ਜਿਹੜੀ ਰੇ ਆਫ ਲਾਈਟ ਆ ਜਿਹੜੀ ਬਾਉਂਡਰੀ ਬਿਟਵੀਨ ਦਾ ਟੂ ਮੀਡੀਅਮ ਹੈ ਜਿਹਨੂੰ ਅਸੀਂ AB ਕਹਿੰਦੇ ਆ, ਇਹਦੇ ਤੇ ਪੁਆਇੰਟ O ਦੇ ਉੱਤੇ ਸਟ੍ਰਾਈਕ ਕਰਦੀ ਆ। ਇਸ ਪੁਆਇੰਟ O ਦੇ ਉੱਤੇ ਨਾਰਮਲ ਹੈਗਾ NON ਡੈਸ਼ ਯਾਨੀ ਕਿ ਲੰਬ ਹੈ 90 ਡਿਗਰੀਜ਼ ਦੇ ਐਂਗਲ ਦੇ ਉੱਤੇ। ਇਹ ਅਸੀਂ ਆਪ ਡਰਾ ਕੀਤਾ ਹੋਇਆ। ਜਦੋਂ ਵੀ ਜਿਹੜੀ ਲਾਈਟ ਹੈ ਉਹ 에ਅਰ ਤੋਂ ਗਲਾਸ ਦੇ ਵਿੱਚ ਗਈ ਹੈ, ਉਹਨੇ ਕੀ ਕੀਤਾ, ਉਹਨੇ ਆਪਣਾ ਆ ਜਿਹੜਾ ਰਸਤਾ ਸੀ ਜਾਣਾ ਸੀ, ਉਹਨੇ OL ਜਿਹੜਾ ਕਿ ਅਸੀਂ ਡਾਟਡ ਲਾਈਨ ਨਾਲ ਬਣਾਇਆ ਹੋਇਆ, ਇੱਥੇ ਜਾਣ ਦੀ ਬਜਾਏ ਕੀ ਹੋਇਆ, ਨਾਰਮਲ ਵੱਲ ਨੂੰ ਬੈਂਡ ਕਰ ਗਈ, ਠੀਕ ਆ। ਇਧਰੋਂ ਐ ਨੂੰ ਆ ਗਈ ਤੇ ਆ ਦੇਖੋ ਆ ਇੱਧਰ ਨੂੰ ਚਲੀ ਗਈ, ਠੀਕ ਆ। ਆ ਹੋ ਗਈ ਫਸਟ ਰਿਫਰੈਕਸ਼ਨ। ਹੁਣ ਜਦੋਂ ਇਹੋ ਲਾਈਟ ਦੀ ਰੇ ਆ ਇਹ ਗਲਾਸ ਦੇ ਵਿੱਚੋਂ ਨਿਕਲ ਕੇ 에ਅਰ 'ਚ ਜਾਂਦੀ ਆ, ਰਿਫਰੈਕਸ਼ਨ ਫੇਰ ਹੋ ਜਾਂਦੀ ਆ। ਹੁਣ ਇੱਥੇ ਜਿਹੜਾ ਪੁਆਇੰਟ ਹੈਗਾ ਜਿੱਥੇ ਰਿਫਰੈਕਸ਼ਨ ਹੋਣੀ ਉਹ ਕੀ ਆ, O ਡੈਸ਼, ਤੇ ਇਹਦੇ ਤੇ ਜਿਹੜਾ ਅਸੀਂ ਲੰਬ ਡਰਾ ਕੀਤਾ ਉਹ ਕੀ ਆ, MO ਡੈਸ਼ M ਡੈਸ਼। ਇੱਥੇ ਵੀ ਕੀ ਹੁੰਦਾ ਵੀ ਜਿਹੜੀ ਲਾਈਟ ਰੇ ਆ ਇਹਨੇ ਜਾਣਾ ਤੇ ਸੀਗਾ ਐ ਨੂੰ, ਲੇਕਿਨ ਹੁਣ ਇਹ ਅਵੇ ਫਰੋਮ ਦਾ ਨਾਰਮਲ ਬੈਂਡ ਕਰ ਜਾਂਦੀ ਹੈ। ਸੋ ਇੱਥੇ ਵੀ ਰਿਫਰੈਕਸ਼ਨ ਹੋ ਰਹੀ ਆ। ਸੋ ਇਹ ਜਿਹੜਾ ਪ੍ਰੋਸੈਸ ਆਫ ਰਿਫਰੈਕਸ਼ਨ ਹੈ ਅਸੀਂ ਪਿਛਲੀ ਵੀਡੀਓ 'ਚ ਵੀ ਕਰ ਚੁੱਕੇ ਹਾਂ, ਲਾਜ਼ ਆਫ ਰਿਫਰੈਕਸ਼ਨ ਵੀ ਕੀਤੇ ਆ। ਆਓ ਫਟਾਫਟ ਇੱਕ ਝਾਤੀ ਮਾਰ ਲਈਏ ਲਾਜ਼ ਆਫ ਰਿਫਰੈਕਸ਼ਨ ਦੇ ਉੱਤੇ ਵੀ। ਦੋ ਲਾਅ ਨੇ ਰਿਫਰੈਕਸ਼ਨ ਦੇ। ਪਹਿਲਾ ਕੀ ਆ, ਆਪਾਤੀ ਕਿਰਨ, ਅਪਵਰਤਿਤ ਕਿਰਨ ਤੇ ਲੰਬ, ਇਹ ਸਾਰੇ ਇੱਕ ਹੀ ਤਲ 'ਚ ਹੁੰਦੇ ਨੇ। ਤੇ ਜਿਹੜਾ ਦੂਜਾ ਲਾਅ ਹੈਗਾ ਉਹ ਕੀ ਕਹਿੰਦਾ ਕਿ ਕਿਸੇ ਵੀ ਨਿਸ਼ਚਿਤ ਰੰਗ ਦੇ ਪ੍ਰਕਾਸ਼ ਲਈ ਤੇ ਕਿਸੇ ਵੀ ਨਿਸ਼ਚਿਤ ਮਾਧਿਅਮ ਦੇ ਜੋੜੇ ਦੇ ਲਈ ਜਿਹੜਾ ਸਾਈਨ I/ਸਾਈਨ R ਦੀ ਵੈਲਿਊ ਹੁੰਦੀ ਆ, ਜਿਹੜੀ ਰੇਸ਼ੋ ਹੁੰਦੀ ਆ, ਉਹ ਇੱਕ ਸਥਿਰ ਅੰਕ ਦੇ ਬਰਾਬਰ ਹੁੰਦੀ, ਯਾਨੀ ਕਿ ਇੱਕ ਕਾਂਸਟੈਂਟ ਦੇ ਬਰਾਬਰ ਹੁੰਦੀ ਹੈ, ਬਸ਼ਰਤੇ ਕਿ ਜਿਹੜਾ ਐਂਗਲ ਆਫ ਇੰਸੀਡੈਂਸ ਹੈਗਾ ਇਹਦੀ ਵੈਲਿਊ 0 ਡਿਗਰੀ ਤੋਂ ਜ਼ਿਆਦਾ ਹੈ ਲੇਕਿਨ 90 ਡਿਗਰੀ ਤੋਂ ਘੱਟ ਹੈ। ਤੇ ਇਸੇ ਸੈਕਿੰਡ ਲਾਅ ਆਫ ਰਿਫਰੈਕਸ਼ਨ ਨੂੰ ਅਸੀਂ ਸਨੈਲਜ਼ ਲਾਅ ਆਫ ਰਿਫਰੈਕਸ਼ਨ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਸੋ ਆ ਵੀ ਇਹਦਾ ਇੱਕ ਦੂਜਾ ਨਾਮ ਆ, ਸਨੈਲਜ਼ ਲਾਅ ਆਫ ਰਿਫਰੈਕਸ਼ਨ, ਦੂਜਾ ਨਿਯਮ ਪ੍ਰਕਾਸ਼ ਦੇ ਅਪਵਰਤਨ ਦਾ। ਹੁਣ ਆ ਜਿਹੜਾ ਸਥਿਰ ਅੰਕ ਹੁੰਦਾ ਨਾ, ਇਸ ਸਥਿਰ ਅੰਕ ਦੇ ਮਾਨ ਨੂੰ ਦੂਜੇ ਮਾਧਿਅਮ ਦਾ ਪਹਿਲੇ ਮਾਧਿਅਮ ਦੇ ਸਾਪੇਖਕ ਅਪਵਰਤਨ ਅੰਕ ਕਹਿੰਦੇ ਹਨ, ਯਾਨੀ ਕਿ ਰਿਫਰੈਕਟਿਵ ਇੰਡੈਕਸ ਕਹਿੰਦੇ ਨੇ। ਤੇ ਹੁਣ ਆਪਾਂ ਡੀਟੇਲ 'ਚ ਡਿਸਕਸ ਕਰਦੇ ਹਾਂ ਅਬਾਊਟ ਰਿਫਰੈਕਟਿਵ ਇੰਡੈਕਸ ਯਾਨੀ ਕਿ ਅਪਵਰਤਨ ਅੰਕ। ਹੁਣ ਤੱਕ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਵੀ ਜਿਹੜੀ ਵੀ ਰੇ ਆਫ ਲਾਈਟ ਹੁੰਦੀ ਆ ਜਦੋਂ ਉਹ ਓਬਲੀਕਲੀ ਟਰੈਵਲ ਕਰਦੀ ਆ ਇੱਕ ਟਰਾਂਸਪੇਰੈਂਟ ਮੀਡੀਅਮ ਤੋਂ ਦੂਜੇ ਮੀਡੀਅਮ 'ਚ ਤਾਂ ਆਪਣੀ ਡਾਇਰੈਕਸ਼ਨ, ਆਪਣਾ ਰਸਤਾ ਬਦਲਦੀ ਆ। ਲੇਕਿਨ ਕਿੰਨਾ ਕੁ ਰਸਤਾ ਬਦਲਣਾ, ਆ ਜਿਹੜਾ ਐਕਸਟੈਂਟ ਆਫ ਚੇਂਜ ਆ ਡਾਇਰੈਕਸ਼ਨ ਦਾ, ਇਹ ਕਿੰਨਾ ਕੁ ਹੋਊਗਾ, ਇਹ ਡਿਪੈਂਡ ਕਰਦਾ ਵਾ ਵੀ ਉਸ ਗਿਵਨ ਪੇਅਰ ਆਫ ਮੀਡੀਆ ਦਾ ਰਿਫਰੈਕਟਿਵ ਇੰਡੈਕਸ ਕਿੰਨਾ ਵਾ। ਤੇ ਇਹਦਾ ਹੀ ਮਾਪ ਕੀ ਹੁੰਦਾ, ਸਾਈਨ I/ਸਾਈਨ R ਇਜ਼ਕਲ ਟੂ ਕਾਂਸਟੈਂਟ। ਸੋ ਇਹੀ ਜਿਹੜਾ ਕਾਂਸਟੈਂਟ ਆ ਇਹਦੀ ਜਿਹੜੀ ਵੈਲਿਊ ਹੁੰਦੀ ਆ ਉਹਨੂੰ ਅਸੀਂ ਰਿਫਰੈਕਟਿਵ ਇੰਡੈਕਸ ਆਫ ਸੈਕਿੰਡ ਮੀਡੀਅਮ ਵਿਦ ਰਿਸਪੈਕਟ ਟੂ ਫਸਟ ਕਹਿੰਦੇ ਆ। ਚਲੋ ਅੱਗੇ ਚੱਲਦੇ ਆ। ਅਸੀਂ ਪਿਛਲੀ ਵੀਡੀਓ 'ਚ ਰਿਫਰੈਕਸ਼ਨ ਆਫ ਲਾਈਟ ਦੀ ਜਦੋਂ ਗੱਲ ਕੀਤੀ ਸੀ ਅਸੀਂ ਕਿਹਾ ਸੀਗਾ ਵੀ ਲਾਈਟ ਜਿਹੜੀ ਆ ਉਹ ਡਿਫਰੈਂਟ ਸਪੀਡ ਨਾਲ ਚੱਲਦੀ ਆ ਡਿਫਰੈਂਟ ਮੀਡੀਅਮ 'ਚ, ਹੈ ਨਾ। ਤੇ ਇੱਕ ਮੀਡੀਅਮ ਤੇ ਦੂਜੇ ਮੀਡੀਅਮ ਦੀ ਜਿਹੜੀ ਆਪਟੀਕਲ ਡੈਂਸਿਟੀ ਦਾ ਫਰਕ ਹੁੰਦਾ ਉਹਦੇ ਤੇ ਡਿਪੈਂਡ ਕਰਦਾ ਵੀ ਜਿਹੜੀ ਲਾਈਟ ਦੀ ਰੇ ਆ ਉਹ ਟੁਵਰਡਸ ਦਾ ਨਾਰਮਲ ਬੈਂਡ ਕਰੂਗੀ ਕਿ ਅਵੇ ਫਰੋਮ ਨਾਰਮਲ ਬੈਂਡ ਕਰੂਗੀ। ਹੁਣ ਉਸੇ ਚੀਜ਼ ਦੇ ਵਿੱਚ ਆਪਾਂ ਇੱਕ ਐਡੀਸ਼ਨ ਕਰਨ ਜਾ ਰਹੇ ਹਾਂ। ਐਡੀਸ਼ਨ ਕੀ ਆ, ਰਿਫਰੈਕਟਿਵ ਇੰਡੈਕਸ ਦੀ। ਜਿੱਥੇ ਆਪਾਂ ਕਹਿ ਰਹੇ ਸੀਗੇ ਵੀ ਕਿਸੇ ਮੀਡੀਅਮ ਦੀ ਆਪਟੀਕਲ ਡੈਂਸਿਟੀ ਜ਼ਿਆਦਾ, ਉੱਥੇ ਹੁਣ ਅਸੀਂ ਕਹਿ ਰਹੇ ਹਾਂ ਹਾਇਰ ਰਿਫਰੈਕਟਿਵ ਇੰਡੈਕਸ। ਇਟ ਮੀਨਸ ਕਿ ਹਾਇਰ ਆਪਟੀਕਲ ਡੈਂਸਿਟੀ ਮੀਨਸ ਹਾਇਰ ਰਿਫਰੈਕਟਿਵ ਇੰਡੈਕਸ। ਤੇ ਜਦੋਂ ਵੀ ਲਾਈਟ ਜਿਹੜੀ ਆ ਉਹਨੇ ਹਾਈ ਰਿਫਰੈਕਟਿਵ ਇੰਡੈਕਸ ਜਿਹੜਾ ਹੁੰਦਾ ਉਹਦੇ ਵਿੱਚ ਐਂਟਰ ਕਰਨਾ ਫਰੋਮ ਲੋ ਰਿਫਰੈਕਟਿਵ ਇੰਡੈਕਸ, ਉਹਦੀ ਸਪੀਡ ਘਟ ਜਾਂਦੀ ਆ। ਇਸ ਕਰਕੇ ਉਹ ਟੁਵਰਡਸ ਦਾ ਨਾਰਮਲ ਬੈਂਡ ਕਰਦੀ ਆ।
ठीक है। हुण आ देखो इत्थे की आ, ये डायग्राम आपां लै लैंदे आ। ये डायग्राम च की आ भी दो मीडियम ने, एक मीडियम 1 एक मीडियम 2। पहला मीडियम जिहड़ा ओहदा की आ रिफ्रैक्टिव इंडेक्स लो आ, दूजे दा की आ हाई आ। ठीक है। सो पिछली वीडियो च आपां कहता सीगा भी लो ऑप्टिकल डेंसिटी, हुण आपां कहता लो रिफ्रैक्टिव इंडेक्स ते हाई ऑप्टिकल डेंसिटी मीनस हाई रिफ्रैक्टिव इंडेक्स। आ जिहड़ी हैगी आ इंसीडेंट रे ऑफ लाइट आई ए तो ओ पॉइंट दे उत्ते स्ट्राइक कीती, इत्ते नॉर्मल की आ NON डैश जाना सी इन्ने बी वल नूं, आ डॉटेड लाइन वल नूं, लेकिन होया कि ए टुवर्ड्स द नॉर्मल बेंड कर गई, यानी कि इधरों ए नॉर्मल वल नूं आ गई। सो आ हो गया इत्थे एंगल ऑफ इंसीडेंस ते आ हो गया हुण एंगल ऑफ रिफ्रैक्शन जिहड़ा कि घट गया। इदा क्यों होया? क्योंकि लो रिफ्रैक्टिव इंडेक्स तो हाई रिफ्रैक्टिव इंडेक्स ते आन करके जिहड़ी लाइट है उहदी स्पीड घट जाती है। स्पीड घट जाती इस करके वो टुवर्ड्स द नॉर्मल बेंड कर जाती है, क्योंकि जो लाइट टुवर्ड्स द नॉर्मल बेंड करूगी ना तो भावें स्पीड घट गई है लेकिन वह रस्ता जिहड़ा हैगा ना वो गांह दा छोटा हो जाऊगा तो वह कवर अप कर लूगी। ठीक है। हुण दूजे पासे की हैगा, आपां एक होर डायग्राम लैंदे आ। मीडियम 1 कोल हाई रिफ्रैक्टिव इंडेक्स है, मीडियम 2 कोल लो रिफ्रैक्टिव इंडेक्स है। सो इत्थे जिहड़ी लाइट दी रे आ रही है ए, ठीक है, ये हाई रिफ्रैक्टिव इंडेक्स तो जदों लो च गई तो की हो जाऊगा, हुण इहदी स्पीड वध जूगी। तो जदों इहदी स्पीड वधदी है ए अवे फ्रॉम नॉर्मल बेंड कर जाती है। ठीक है। सो इन्हें जाना सीगा ओ तो बी वल नूं, ਇਹ ਹੁਣ ਕਿੱਧਰ ਨੂੰ ਚਲੀ ਗਈ, ਇਹ ਹੁਣ ਚਲੀ ਗਈ O ਤੋਂ C ਵੱਲ ਨੂੰ। ਠੀਕ ਹੈ ਨਾ। ਸੋ ਇੱਥੇ ਐਂਗਲ ਆਫ ਰਿਫਰੈਕਸ਼ਨ ਵੱਧ ਗਿਆ, ਜਦੋਂ ਕਿ ਐਂਗਲ ਆਫ ਇੰਸੀਡੈਂਸ ਜਿਹੜਾ ਹੈਗਾ ਉਹ ਤੇ ਸੇਮ ਹੀ ਰਿਹਾ। ਸੋ ਲੋ ਟੂ ਹਾਈ ਰਿਫਰੈਕਟਿਵ ਇੰਡੈਕਸ ਸਪੀਡ ਦਾ ਘਟਣਾ ਤੇ ਲਾਈਟ ਰੇ ਦਾ ਨਾਰਮਲ ਵੱਲ ਨੂੰ ਬੈਂਡ ਕਰਨਾ, ਲੇਕਿਨ ਹਾਈ ਰਿਫਰੈਕਟਿਵ ਇੰਡੈਕਸ ਤੋਂ ਲੋ ਤੇ ਐਂਟਰ ਕਰਨ ਤੇ ਸਪੀਡ ਦਾ ਵੱਧ ਜਾਣਾ। तो जिद्दां स्पीड वधदी है लाइट रे जिहड़ी आ वो अवे फ्रॉम नॉर्मल बेंड कर जाती है। सो इस हिसाब नाल रिफ्रैक्टिव इंडेक्स जिहड़ा हैगा लाइट दी मूवमेंट नूं रेगुलेट करदा। ठीक है। रिफ्रैक्टिव इंडेक्स ऑफ टू मीडिया अफैक्ट्स द बेंडिंग ऑफ लाइट। तो जिद्दां आपां पहलां गल कीती सीगी कि रिफ्रैक्शन ऑफ लाइट थ्रू अ रैक्टेंगुलर ग्लास स्लैब। सो हुण इहदे विच अगर आपां इसे चीज़ नूं रिलेट करिए तां किद्दां करांगे। ਹੁਣ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਜਿਹੜੀ ਗਲਾਸ ਸਲੈਬ ਹੁੰਦੀ ਇਹਦੇ ਵਿੱਚ 2 ਵਾਰੀ ਰਿਫਰੈਕਸ਼ਨ ਹੁੰਦੀ ਹੈ। ਠੀਕ ਹੈ। ਫਸਟ ਰਿਫਰੈਕਸ਼ਨ ਕਦੋਂ ਹੁੰਦੀ ਹੈ? ਜਦੋਂ ਜਿਹੜਾ ਹੈਗਾ ਲਾਈਟ ਦੀ ਰੇ ਉਹ ਏਅਰ ਟੂ ਗਲਾਸ 'ਚ ਐਂਟਰ ਕਰਦੀ ਹੈ। ਠੀਕ ਹੈ। ਅਤੇ ਦੂਜੀ ਜਿਹੜੀ ਰਿਫਰੈਕਸ਼ਨ ਹੁੰਦੀ ਆ ਉਹ ਕਦੋਂ ਹੁੰਦੀ ਹੈ? ਜਦੋਂ ਜਿਹੜੀ ਰੇ ਆਫ ਲਾਈਟ ਹੈ ਉਹ ਗਲਾਸ ਮੀਡੀਅਮ ਤੋਂ ਏਅਰ ਦੇ ਵਿੱਚ ਐਂਟਰ ਕਰਦੀ ਹੈ। ਠੀਕ ਹੈ। 2 ਵਾਰੀ ਰਿਫਰੈਕਸ਼ਨ ਹੁੰਦੀ ਗਲਾਸ ਸਲੈਬ 'ਚ। ਪਹਿਲਾਂ ਕਦੋਂ ਹੋ ਰਹੀ ਆ? ਆ ਦੇਖੋ, ਆ ਇੰਸੀਡੈਂਟ ਰੇ ਆ ਰਹੀ ਹੈ EF। ਆ ਕੀ ਆ? AB ਕੀ ਆ? ਬਾਉਂਡਰੀ ਬਿਟਵੀਨ ਏਅਰ ਐਂਡ ਗਲਾਸ। 2 ਹੋ ਗਏ ਨਾ ਮੀਡੀਅਮ। ਸੋ ਇਹਨਾਂ ਦੀ ਬਾਉਂਡਰੀ ਹੋ ਗਈ AB। ਇਸ ਬਾਉਂਡਰੀ ਦੇ ਉੱਤੇ ਉਹ ਪੁਆਇੰਟ ਦੇ ਉੱਤੇ ਆ ਇੰਸੀਡੈਂਟ ਰੇ ਆਫ ਲਾਈਟ ਜਿਹੜੀ ਆ ਉਹ ਸਟਰਾਈਕ ਕਰਦੀ ਹੈ ਤੇ ਇੱਥੇ ਰਿਫਰੈਕਸ਼ਨ ਹੋ ਜਾਂਦੀ। ਸੋ ਜਾਣਾ ਸੀ ਇਸ ਡੋਟਡ ਲਾਈਨ ਵੱਲ ਨੂੰ, ਲੇਕਿਨ ਇੱਧਰ ਨੂੰ ਆ ਗਈ, ਯਾਨੀ ਕਿ ਆ ਨੋਰਮਲ ਆ NON ਡੈਸ਼, ਯਾਨੀ ਕਿ ਆ ਜਿਹੜੀ ਲਾਈਟ ਦੀ ਰੇ ਆ ਇਹ ਟੁਵਰਡਸ ਦਾ ਨੋਰਮਲ ਬੈਂਡ ਕਰ ਗਈ। ਠੀਕ ਹੈ। ਸੋ ਪਹਿਲੀ ਰਿਫਰੈਕਸ਼ਨ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਲਾਈਟ ਦੀ ਰੇ ਆ ਉਹ ਟੁਵਰਡਸ ਦਾ ਨੋਰਮਲ ਬੈਂਡ ਕਰਦੀ ਆ। ਔਰ ਕਿਉਂ ਕਰਦੀ ਆ? ਕਿਉਂਕਿ ਇਹਦੀ ਜਿਹੜੀ ਸਪੀਡ ਹੁੰਦੀ ਆ ਉਹ ਘਟ ਜਾਂਦੀ ਆ। ਦੂਜੀ ਰਿਫਰੈਕਸ਼ਨ ਕਦੋਂ ਹੋ ਰਹੀ ਆ? ਆ ਦੇਖੋ, ਹੁਣ ਇਹੋ ਜਿਹੜੀ ਲਾਈਟ ਰੇ ਆ ਦੇਖੋ ਆ ਅੱਗੇ ਗਈ। ਠੀਕ ਹੈ। ਤੇ ਆ ਜਿਹੜਾ ਹੈਗਾ ਵਾ ਸੈਕਿੰਡ ਬਾਉਂਡਰੀ ਆਫ ਗਲਾਸ ਸਲੈਬ ਉਹ ਕੀ ਆ? CD ਬਾਉਂਡਰੀ ਆ। ਇਹਦੇ ਉੱਤੇ ਪੁਆਇੰਟ O ਡੈਸ਼ ਦੇ ਨਾਲ ਸਟਰਾਈਕ ਕੀਤੀ। ਠੀਕ ਹੈ। ਹੁਣ ਇਹਨੇ ਜਾਣਾ ਸੀਗਾ ਐ ਨੂੰ। ਠੀਕ ਹੈ। ਇੱਧਰ ਨੂੰ ਜਾਣਾ ਸੀਗਾ, ਲੇਕਿਨ ਇਹ ਸਗੋਂ ਇੱਧਰ ਨੂੰ ਚਲੀ ਗਈ। ਠੀਕ ਹੈ। ਆ GH ਕੀ ਹੋ ਗਈ? ਇਹ ਹੁਣ ਰਿਫਰੈਕਟਿਡ ਰੇ ਹੋ ਗਈ। ਸੋ ਇਹ ਅਵੇ ਫਰੋਮ ਦਾ ਨੋਰਮਲ ਚਲੀ ਗਈ। ਸੋ ਸੈਕਿੰਡ ਰਿਫਰੈਕਸ਼ਨ ਜਿਹੜੀ ਆ ਇਹਦੇ ਵਿੱਚ ਬੈਂਡਿੰਗ ਕਿੱਦਾਂ ਹੋ ਰਹੀ ਹੈ ਲਾਈਟ ਦੀ? ਅਵੇ ਫਰੋਮ ਨੋਰਮਲ ਜਿਹੜੀ ਲਾਈਟ ਰੇ ਆ ਉਹ ਬੈਂਡ ਕਰਦੀ ਆ। ਕਿਉਂ ਕਰਦੀ ਆ? ਕਿਉਂਕਿ ਇੱਥੇ ਲਾਈਟ ਦੀ ਸਪੀਡ ਜਿਹੜੀ ਹੁੰਦੀ ਆ ਉਹ ਵੱਧ ਜਾਂਦੀ ਆ। ਕਿਉਂ? ਕਿਉਂਕਿ ਅਗਲਾ ਮੀਡੀਅਮ ਆ ਜਿਹੜਾ ਉਹ ਘੱਟ ਰਿਫਰੈਕਟਿਵ ਇੰਡੈਕਸ ਵਾਲਾ। ਹੁਣ ਨਾ ਜਿਹੜੀ ਆਪਾਂ ਤੁਹਾਨੂੰ ਯਾਦ ਆ ਪਿਛਲੇ ਵੀਡੀਓ 'ਚ ਆਪਾਂ ਸੜਕ ਵਾਲੀ ਐਗਜ਼ਾਮਪਲ ਕੀਤੀ ਸੀਗੀ ਵੀ ਸੜਕ ਦੇ ਉੱਤੇ ਭੀੜ ਜ਼ਿਆਦਾ ਹੋਵੇ ਘੱਟ ਹੋਵੇ ਅਤੇ ਕਿੱਦਾਂ ਸਪੀਡ ਵੱਧ ਘੱਟ ਹੁੰਦੀ ਆ। ਬਸ ਹੁਣ ਤੁਸੀਂ ਉਹਨੂੰ ਰਿਫਰੈਕਟਿਵ ਇੰਡੈਕਸ ਦੇ ਨਾਲ ਰਿਲੇਟ ਕਰ ਲਓ। ਹੁਣ ਤੁਹਾਨੂੰ ਯਾਦ ਰੱਖਣਾ ਸੌਖਾ ਹੋ ਜਾਊਗਾ। ਠੀਕ ਹੈ। ਭੀੜ ਵੱਧ ਆ ਇਹਦਾ ਮਤਲਬ ਕਿ ਰਿਫਰੈਕਟਿਵ ਇੰਡੈਕਸ ਵੀ ਵੱਧ ਆ, ਇਸ ਕਰਕੇ ਕੀ ਹੁੰਦਾ ਕਿ ਸਪੀਡ ਘੱਟ ਜਾਂਦੀ। ਹੁਣ ਆ ਦੇਖੋ, ਆ ਗਲਾਸ ਆ, ਇਹ ਏਅਰ ਦੇ ਕੰਪੈਰੇਟਿਵਲੀ ਸੰਘਣਾ ਵਾ, ਯਾਨੀ ਕਿ ਭੀੜ ਭਾੜ ਵੱਧ ਗਈ ਇਸ ਸੜਕ 'ਤੇ, ਇਸ ਕਰਕੇ ਇੱਥੇ ਸਪੀਡ ਘੱਟ ਗਈ।
लेकिन जदों ग्लास तो एयर च लाइट जिहड़ी आ वो एंटर कीती, सो एयर इहो जी सड़क आ जिस भीड़ घट आ तो स्पीड वध गई। ठीक है, सो जदों हाई रिफ्रैक्टिव इंडैक्स टू लो रिफ्रैक्टिव इंडैक्स लाइट गई स्पीड वध गई, तो जदों लो रिफ्रैक्टिव इंडैक्स टू हाई रिफ्रैक्टिव इंडैक्स आई तो स्पीड घट गई। तो बस हुण तुसीं याद रखना सड़क वाली एग्जाम्पल नूं। इहो जिहियां ना जिहड़ियां वेग एग्जाम्पल्स हुंदियां भावें, पर सानूं इहदे नाल ना कंसैप्ट नूं याद करन च बड़ी हैल्प मिलदी है, क्योंकि आपां इन्हां नूं ईजीली रिलेट कर सकीदा। सो अगे चलदे हां। सो लाइट जिहड़ी आ दो मीडियम च जा रही है, एक मीडियम 1 ਤੋਂ 2 है ना। हुण आही आपां फिर एक डायग्राम लै लैने अपनी हैल्प लई। दो मीडियम आ, मीडियम 1 एयर आ, मीडियम 2 की आ ग्लास आ लाइट दी रे आ रही है, एयर तो आ रही है ते ग्लास च एंटर कर रही है। ਆਪਾਂ ਇਦਾਂ ਕਰਦੇ ਹਾਂ ਵੀ ਆਪਾਂ ਇਹਨਾਂ ਦੀ ਸਪੀਡ ਦੀ ਵੀ ਗੱਲ ਕਰ ਲੈਂਦੇ ਹਾਂ। ਮੰਨ ਲਓ ਵੀ ਆ ਜਿਹੜਾ ਮੀਡੀਅਮ 1 ਹੈਗਾ ਇਹਦੇ ਵਿੱਚ ਲਾਈਟ ਦੀ ਸਪੀਡ v1 ਹੈ ਤੇ ਮੀਡੀਅਮ 2 ਦੇ ਵਿੱਚ ਸਪੀਡ ਜਿਹੜੀ ਆ v2 ਆ। ਹੁਣ ਆਪਾਂ ਕੱਢਣਾ ਕੀ ਆ, ਆਪਾਂ ਕੱਢਣਾ ਰਿਫਰੈਕਟਿਵ ਇੰਡੈਕਸ ਆਫ ਮੀਡੀਅਮ 2 ਵਿਦ ਰਿਸਪੈਕਟ ਟੂ ਮੀਡੀਅਮ 1। ਉਹਦੇ ਲਈ ਆਪਾਂ ਸਿੰਬਲ ਯੂਜ਼ ਕਰਾਂਗੇ n21। ਠੀਕ ਹੈ, ਜਿਹੜਾ 1 ਪਿੱਛੇ ਲੱਗਾ ਇਹਦਾ ਮਤਲਬ ਕੀ ਹੈਗਾ ਕਿ ਵਿਦ ਰਿਸਪੈਕਟ ਟੂ 1 ਕੱਢਣੀ ਆ, ਤੇ ਜੇ 2 ਪਿੱਛੇ ਲੱਗਾ ਤਾਂ ਫਿਰ ਵਿਦ ਰਿਸਪੈਕਟ ਟੂ 2 ਕੱਢਣੀ ਆ। ਬਸ ਯਾਦ ਰੱਖਿਓ ਹੁਣ ਤੁਸੀਂ, ਜੇ n21 ਆ ਤੇ ਵਿਦ ਰਿਸਪੈਕਟ ਟੂ 1 ਆਪਾਂ ਰਿਫਰੈਕਟਿਵ ਇੰਡੈਕਸ ਕੱਢਣਾ, ਤੇ ਜੇ n12 ਆ 2 ਪਿੱਛੇ ਆ ਰਿਹਾ ਇਹਦਾ ਮਤਲਬ ਵਿਦ ਰਿਸਪੈਕਟ ਟੂ 2 ਮੀਡੀਅਮ ਆਪਾਂ ਰਿਫਰੈਕਟਿਵ ਇੰਡੈਕਸ ਕੱਢਣਾ। ਹੁਣ ਇਕੁਏਸ਼ਨ ਕੀ ਲੱਗੂਗੀ, n21 ਵਾਸਤੇ ਸਪੀਡ ਆਫ ਲਾਈਟ ਇਨ ਮੀਡੀਅਮ 1 ਬਾਈ ਸਪੀਡ ਆਫ ਲਾਈਟ ਇਨ ਮੀਡੀਅਮ 2। ਹੁਣ ਆ ਕਿੱਦਾਂ ਯਾਦ ਰੱਖੋਗੇ, ਇਹ ਵੀ ਸਿੰਪਲ ਹੀ ਤਰੀਕਾ ਵਾ। ਹੁਣ ਅੱਜ ਦਾ 21 ਆ ਨਾ, ਜਿਹੜਾ ਨਿਊਮਰਲ ਜਿਹੜਾ ਅੰਕ ਪਿੱਛੇ ਲੱਗਾ ਨਾ ਬਸ ਉਹਦੀ ਸਪੀਡ ਉੱਪਰ ਆਊਗੀ। ਠੀਕ ਹੈ, ਹੁਣ ਇੱਥੇ ਪਿੱਛੇ ਕੀ ਲੱਗਾ 1, यानी कि आ जी इक्वेशन है ये एक मीडियम च जी स्पीड आ उत्ते आऊगी। ठीक है, स्पीड ऑफ लाइट इन मीडियम 1 आ उपर आऊ। हुण इत्थे की आ आपां n12 की गल करते पे हाँ, तो की हो जाऊगा कि 2 जिहड़ा मीडियम आ उहदे च स्पीड उपर आऊगी इक्वेशन च। इस केस च 2 मीडियम की स्पीड उपर आऊगी इक्वेशन च। बस इदां याद रखना, तुहानूं सौखा हो जाऊगा। सो जदों असीं रिफ्रैक्टिव इंडैक्स ऑफ मीडियम 2 विद रिस्पैक्ट टू 1 करना, तो 1 मीडियम च स्पीड ऑफ लाइट उपर डिवाइडेड बाय स्पीड ऑफ लाइट इन मीडियम 2। हुण देखो जी मीडियम 1 च कितनी स्पीड सी, आपां इत्थे v1 लई आ, इत्थे v1 पुट कर दांगे। मीडियम 2 च कितनी स्पीड है v2, इत्थे v2 पुट कर दांगे। आ इक्वेशन बन जूगी। लेकिन जे आपां कढना रिफ्रैक्टिव इंडैक्स ऑफ मीडियम 1 विद रिस्पैक्ट टू मीडियम 2, फिर 2 पिछे आ गया, जिहड़ा पिछे आया उसे मीडियम च स्पीड जिहड़ी आपां उपर इक्वेशन च लिखांगे, स्पीड ऑफ लाइट इन मीडियम 2 बाय स्पीड ऑफ लाइट इन मीडियम 1। ठीक है, वैल्यू पुट कर दो v2 बाई v1। इदां असी रिफ्रैक्टिव इंडैक्स दो मीडियम जिहड़े ने उन्हां दा विद रिस्पैक्ट टू ईच अदर कढ सकदे आ। ते न्यूमैरिकल्स जदों तुसीं करने आ ना उहदे विच आ इक्वेशनस यूज़ करनियां। ठीक है, सो हुण ध्यान नाल समझ लो। एब्सोल्यूट रिफ्रैक्टिव इंडैक्स की हुंदा, देखो दो मीडियम दी आपां गल कर रहे हां, जे उन्हां विचों जिहड़ा पहला मीडियम आ ਉਹ ਹੋਵੇ एयर या वैक्यूम। ठीक है, सो इफ मीडियम 1 इज़ वैक्यूम और एयर, फिर जिहड़ा रिफ्रैक्टिव इंडैक्स ऑफ मीडियम 2 विद रिस्पैक्ट टू वैक्यूम या एयर होगा उन्होंने असी एब्सोल्यूट रिफ्रैक्टिव इंडैक्स ऑफ मीडियम कहने आ, रिप्रजेंट करते हैं एन एम लई। सो इस केस च हमेशा उपर वाले पासे स्पीड ऑफ लाइट इन एयर या वैक्यूम ही आऊगी। ठीक है, तो थल्ले आजू स्पीड ऑफ लाइट इन द मीडियम, जिस मीडियम का असी एब्सोल्यूट रिफ्रैक्टिव इंडैक्स कढ़ते पे हाँ उस मीडियम विच स्पीड ऑफ लाइट किन्नी आ वो इक्वेशन च थल्लड़े पासे आऊ। सो स्पीड ऑफ लाइट इन एयर इज इक्वल टू स्मॉल सी, तो स्पीड ऑफ लाइट इन द मीडियम इज स्मॉल वी। इत्थे वैल्यूज पुट करांगे तो अपने कोल किसी भी मीडियम का एब्सोल्यूट रिफ्रैक्टिव इंडैक्स आ जाऊगा। एक्चुअली जदों असी रिफ्रैक्टिव इंडैक्स की लिस्ट देखी दी है ना, तो जिहड़े उत्थे रिफ्रैक्टिव इंडैक्स अलग अलग मीडियम के या मटीरियल के लिखे होंदे वो एक्चुअल च एब्सोल्यूट रिफ्रैक्टिव इंडैक्स ही होंदे ने। सो हुण फर्क पैंदा पिया भी स्पीड ऑफ लाइट किन्नी आ अलग अलग मीडियम च। पिछली वीडियो च तुहानूं याद होऊगा भी आपां थोड़ा जिहा इहदे बारे भी डिस्कस कीता सीगा कि स्पीड ऑफ लाइट जिहड़ी आ ओह एयर च या वैक्यूम च किन्नी हुंदी आ, क्योंकि थोड़ा ही फर्क हुंदा। आपां इहनूं सेम ही मनदे आ। किन्नी हुंदी आ 3 इंटू 10⁸ मीटर पर सैकेंड। तो स्पीड ऑफ लाइट इन वाटर आपां किन्नी कीती सीगी याद आ 2.25 इंटू 10⁸ मीटर पर सैकेंड। तो स्पीड ऑफ लाइट इन ग्लास भी आपां कीती सी, आया कुछ याद कि नहीं, 2 इंटू 10⁸ मीटर पर सैकेंड। सो इदां ही जिहड़े अलग अलग मीडियम या मटीरियल्स होणगे जिहड़े भी उन्हां दी आपां जिहड़ी स्पीड ऑफ लाइट आ इत्थे इक्वेशन च पुट करांगे।
ठीक है। उपरले पासे एयर वैल्यू आऊगी, थल्ले अलग अलग मीडियम की आ जूगी, तो इस इक्वेशन के हिसाब नाल आपां अलग अलग मीडिया जिहड़े ने उन्हां दा एब्सोल्यूट रिफ्रैक्टिव इंडैक्स कढ लांगे। आ देखो जी अपने को लिस्ट आ एब्सोल्यूट रिफ्रैक्टिव इंडैक्स ऑफ सम मटीरियल मीडिया, अलग अलग मीडिया जिहड़े ने उन्हां दी अलग अलग वैल्यू हैगी है एब्सोल्यूट रिफ्रैक्टिव इंडैक्स दी। एयर दी किन्नी आ 1.0003, चलो इनू आपां 1 ही मान लैंदे हां, है ना। आइस दी किन्नी आ 1.31, जो कि पानी दी किन्नी आ 1.33, यानी कि जिहड़ी स्टेट आ उहदे नाल भी थोड़ा जिहा फर्क पिया, है ना। एल्कोहल दी किन्नी आ 1.36 आ, कैरोसिन दी 1.44 आ, फ्यूज्ड क्वार्ट्ज दी 1.46, टर्पनटाइन ऑयल 1.47, बेंजीन 1.50, क्राउन ग्लास 1.52, कैनेडा बॉल्सम 1.53, रॉक सॉल्ट 1.54, कार्बन डाइसल्फाइड 1.63, डेंस फ्लिंट ग्लास 1.65, रूबी 1.71, सफायर 1.77, डायमंड 2.42। इस लिस्ट के अकॉर्डिंगली मैक्सिमम किहदा वा रिफ्रैक्टिव इंडैक्स डायमंड का, ते मिनीमम किहदा वा एयर का। सो एक गल होर याद रखनी है भी आपां जदों रिफ्रैक्टिव इंडैक्स की गल करते पे आपां ऑप्टिकल डेंसिटी की गल करते पे हैं, लेकिन ऑप्टिकल डेंसिटी मास डेंसिटी तो अलग हुंदी आ। जरूरी नहीं है भी जिहड़ा ऑप्टिकली डेंजर मीडियम आ वो मास डेंसिटी चों भी ज़्यादा ही होवे। जिद्दां जे आपां कैरोसिन की एग्जाम्पल लैंदे आ, मिट्टी का तेल जिन्हों आपां कह दिंदे आ, है ना। हुण देखो भला इहदा रिफ्रैक्टिव इंडैक्स किन्ना 1.44, जो कि पानी का किन्ना 1.33, यानी कि जे आपां ऑप्टिकल डेंसिटी की गल करिए या रिफ्रैक्टिव इंडैक्स की गल करिए तो कैरोसिन जिहड़ा हैगा उहदी ऑप्टिकल डेंसिटी ज़्यादा वा 1.44 एज कंपेयर टू वाटर। लेकिन जे तुसी पानी ते कैरोसिन इकट्ठे करो की हो जाऊगा, कैरोसिन जिहड़ा हुंदा पानी के उतले पासे फ्लोट करना शुरू कर दिंदा। क्यों? क्योंकि इहदी मास डेंसिटी वाटर तो घट हुंदी आ। सो कैरोसिन की मास डेंसिटी पानी तो घट है, जदों कि ऑप्टिकल डेंसिटी पानी तो ज़्यादा है। इट मीनस कि ऑप्टिकल डेंसिटी ते मास डेंसिटी दो अलग अलग कंसैप्ट ने, ये डेंसिटीज़ दोनों जड़ियाँ सेम नहीं हुंदियां। फटाफट थोड़ा जिहा रिवाइज कर लैंदे आ जो भी हुण तक असीं पढ़िया। जिहड़ी एबिलिटी हुंदी है किसी भी लाइट की मीडियम विच रिफ्रैक्ट करन दी, उहनूं असीं उहदी ऑप्टिकल डेंसिटी दे नाल रिलेट करदे आ, ते ऑप्टिकल डेंसिटी मास डेंसिटी दे बराबर नहीं हुंदी। इस चैप्टर च जदों असीं रेयर मीडियम या डेंस मीडियम की गल करते पे हैं तो आपां मास डेंसिटी की नहीं गल करते पे, आपां ऑप्टिकली रेयर मीडियम ते ऑप्टिकली डेंसर मीडियम की गल कर रहे हैं। ਜਦੋਂ ਅਸੀਂ ਦੋ ਮੀਡੀਆ ਕੋਈ ਜਿਹੜੇ ਨੇ ਉਹਨਾਂ ਨੂੰ ਕੰਪੇਅਰ ਕਰਦੇ ਆ, ਜਿਹਦਾ ਲਾਰਜ ਰਿਫਰੈਕਟਿਵ ਇੰਡੈਕਸ ਹੋਊਗਾ ਇਹਦਾ ਮਤਲਬ ਉਹਦੀ ਆਪਟੀਕਲ ਡੈਂਸਿਟੀ ਵੀ ਜ਼ਿਆਦਾ ਹੋਊਗੀ। ਜਿਹੜਾ ਲੋ ਰਿਫਰੈਕਟਿਵ ਇੰਡੈਕਸ ਪੋਜੈਸ ਕਰੂਗਾ ਉਹ ਆਪਟੀਕਲੀ ਘੱਟ ਡੈਂਸ ਹੋਊਗਾ, ਯਾਨੀ ਕਿ ਆਪਟੀਕਲੀ ਰੇਅਰ ਹੋਊਗਾ। ਸੋ ਦੁਬਾਰਾ ਰਿਪੀਟ ਕਰ ਦਿੰਨੀ ਆ, ਲਾਰਜ ਰਿਫਰੈਕਟਿਵ ਇੰਡੈਕਸ ਮਤਲਬ ਜ਼ਿਆਦਾ ਆਪਟੀਕਲ ਡੈਂਸਿਟੀ, ਲੋ ਰਿਫਰੈਕਟਿਵ ਇੰਡੈਕਸ ਮਤਲਬ ਘੱਟ ਆਪਟੀਕਲ ਡੈਂਸਿਟੀ। ਤੇ ਸਪੀਡ ਆਫ ਲਾਈਟ ਦੀ ਜੇ ਗੱਲ ਕਰੀਏ ਤਾਂ ਜਿਹੜਾ ਰੇਅਰ ਮੀਡੀਅਮ ਹੁੰਦਾ ਉਹਦੇ ਵਿੱਚ ਸਪੀਡ ਜ਼ਿਆਦਾ ਹੁੰਦੀ ਆ ਐਜ਼ ਕੰਪੇਅਰ ਟੂ ਦਾ ਡੈਂਸ ਮੀਡੀਅਮ। ਬਸ ਇੱਥੇ ਆਪਣੀ ਉਹ ਸੜਕ ਵਾਲੀ ਐਗਜ਼ਾਮਪਲ ਲਾ ਲਿਓ, ਤੁਹਾਨੂੰ ਸਾਰਾ ਯਾਦ ਆ ਜਾਊਗਾ। ਜਦੋਂ ਵੀ ਜਿਹੜੀ ਰੇ ਆਫ ਲਾਈਟ ਆ ਉਹ ਰੇਅਰ ਮੀਡੀਅਮ ਤੋਂ ਡੈਂਸ 'ਚ ਐਂਟਰ ਕਰਦੀ ਆ ਤਾਂ ਉਹ ਸਲੋ ਡਾਊਨ ਹੋ ਜਾਂਦੀ ਆ, ਸਪੀਡ ਘੱਟ ਜਾਂਦੀ। ਜਦੋਂ ਸਪੀਡ ਘਟੂਗੀ ਟੁਵਰਡਸ ਦਾ ਨਾਰਮਲ ਜਾਊਗੀ ਜੀ। ਬਸ ਹਮੇਸ਼ਾ ਯਾਦ ਰੱਖਿਓ, ਸਪੀਡ ਘਟੀ ਤੇ ਬੈਂਡ ਹੋਈ ਨਾਰਮਲ ਵੱਲ ਨੂੰ, ਤੇ ਜਦੋਂ ਹੋ ਜਾਊਗਾ ਵੀ ਡੈਂਸ ਮੀਡੀਅਮ ਤੋਂ ਰੇਅਰ 'ਚ ਜਾਣਾ ਸਪੀਡ ਵਧੂਗੀ ਤੇ ਫਿਰ ਕੀ ਆ, ਸਪੀਡ ਵਧੂਗੀ ਤੇ ਬਸ ਫਿਰ ਇਹ ਨਾਰਮਲ ਤੋਂ ਗਾਂਹ ਨੂੰ ਬੈਂਡ ਕਰ ਜੂਗੀ। ठीक है ना, स्पीड वधनी है तो दूर भजना ही है उन्हें, सीधी जी गल है। जो स्पीड वधी तो दूर भजी, किहदे तो दूर भजी, नॉर्मल तो दूर भजी लाइट, तो जो स्पीड घटी तो नॉर्मल वल नूं आ गई फिर वापस। ठीक है, इदां याद रख सकते हो तुसी, स्पीड वधी तो लाइट भजी, किधर नूं भजी, नॉर्मल तो दूर भजी, तो जो स्पीड घटी तो फिर नॉर्मल वल नूं आऊगी लाइट। सो इदां बैंडिंग ऑफ लाइट नूं भी आपां याद रख सकते हैं। सो ये तो हो गया रिफ्रैक्टिव इंडैक्स के बारे। ਹੁਣ ਆਪਾਂ इदा करते थोड़े ਜਿਹੇ क्वेश्चंस भी कर लैंदे आ। चलो फर्स्ट क्वेश्चन लैंदे आ, what happens to a ray of light when it travels from one medium to another having equal refractive indices। यानी कि दो मीडियम ने, दोवां दा जिहड़ा हैगा वा रिफ्रैक्टिव इंडैक्स या रिफ्रैक्टिव अंक बराबर आ, फिर की होऊगा बई इस केस दे विच कोई रिफ्रैक्शन नहीं होगी, यानी कि अपवर्तन होऊगा ही नहीं, यानी कि जिहड़ा एंगल ऑफ इंसीडेंस हैगा वो एंगल ऑफ रिफ्रैक्शन के बराबर ही रह जाऊगा। दूजी एग्जाम्पल लैने, डज द रिफ्रैक्टिव इंडैक्स फॉर अ गिवन पेयर ऑफ मीडियम डिपेंड अपॉन द एंगल ऑफ इंसीडेंस। नहीं, बिल्कुल नहीं। ये दोनों चीज़ां जिहड़ियां ने ना ये अलग हो जाणगियां। जिहड़ा हैगा ना रिफ्रैक्टिव इंडैक्स, इहनूं असीं रिलेट करांगे ऑप्टिकल डेंसिटी दे नाल। ठीक है। थर्ड क्वेश्चन, what happens when a ray of light strikes the surface of separation between the two media at a right angle
ਵੈਸੇ ਇਹੋ ਜਿਹਾ ਥੋੜ੍ਹਾ ਜਿਹਾ ਕੰਸੈਪਟ ਆਪਾਂ ਪਿਛਲੀ ਵੀਡੀਓ 'ਚ ਵੀ ਡਿਸਕਸ ਕੀਤਾ ਸੀਗਾ ਵੀ ਸਪੋਜ਼ ਕਰ ਲਓ ਇੱਕ ਆ ਹੈਗੀ ਬਾਉਂਡਰੀ ਬਿਟਵੀਨ ਦਾ ਟੂ ਮੀਡੀਅਮ, ਇਹ ਬਾਉਂਡਰੀ ਆ AB। ਸੋ ਇੱਧਰ ਹੈਗਾ ਮੀਡੀਅਮ 1 ਤੇ ਇੱਧਰ ਹੈਗਾ ਮੀਡੀਅਮ 2। ਜੇ ਜਿਹੜੀ ਲਾਈਟ ਦੀ ਰੇ ਆ ਉਹ ਬਿਲਕੁਲ 90 ਡਿਗਰੀ ਦੇ ਉੱਤੇ ਆ ਕੇ ਇੰਸੀਡੈਂਸ ਹੋਵੇ ਤੇ ਕੀ ਹੋਊਗਾ ਬਈ ਇਹਦੇ ਵਿੱਚ ਫਿਰ ਕੋਈ ਬੈਂਡਿੰਗ ਨਹੀਂ ਹੋਊਗੀ, ਆ ਲਾਈਟ ਇਸੇ ਤਰ੍ਹਾਂ ਹੀ ਅੱਗੇ ਚੱਲ ਜਾਊਗੀ। ਯਾਨੀ ਕਿ ਜੇ 90 ਡਿਗਰੀ ਤੇ ਆਊਗੀ ਤਾਂ 90 ਡਿਗਰੀ ਤੇ ਹੀ ਅੱਗੇ ਚਲੀ ਜਾਊਗੀ, ਇਹਦੇ 'ਚ ਬੈਂਡਿੰਗ ਨਹੀਂ ਹੋਊਗੀ। ਲੇਕਿਨ ਸਪੀਡ ਦਾ ਦੇਖੋ ਫਰਕ ਪੈ ਸਕਦਾ। ਹੁਣ ਇਹ ਸਪੀਡ ਦਾ ਫਰਕ ਕਿੱਦਾਂ ਪਊਗਾ ਵੀ ਡੈਂਸਿਟੀ ਕਿੰਨੀ ਆ ਦੋਨੋਂ ਮੀਡੀਅਮ ਦੀ, ਠੀਕ ਆ, ਉਹ ਹੁਣ ਤੁਸੀਂ ਯਾਦ ਰੱਖਣਾ। ਜੇ ਲੋ ਤੋਂ ਹਾਈ ਡੈਂਸਿਟੀ 'ਚ ਆਊਗੀ ਸਪੀਡ ਘੱਟ ਜਾਊਗੀ ਐਂਡ ਵਾਈਸ ਵਰਸਾ, ਠੀਕ ਹੈ। ਸੋ ਐਂਗਲ ਨਹੀਂ ਚੇਂਜ ਹੋਊਗਾ ਲੇਕਿਨ ਸਪੀਡ ਦਾ ਫਰਕ ਪੈ ਸਕਦਾ। ਥੋੜ੍ਹੀਆਂ ਹੋਰ ਪ੍ਰੋਬਲਮਸ ਲੈ ਲੈਂਦੇ ਹਾਂ। ਫॉर ਵਿਚ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਇਜ਼ ਮਿਨੀਮਮ। ਹੁਣ ਇਹ ਆਪਾਂ ਲਿਸਟ ਕੀਤੀ ਨਾ ਰਿਫਰੈਕਟਿਵ ਇੰਡੈਕਸ ਦੀ, ਕਿਹਦੇ 'ਚ ਅਸੀਂ ਮਿਨੀਮਮ ਏਅਰ 'ਚ ਜਾਂ ਵੈਕਿਊਮ ਦੇ ਵਿੱਚ ਮਿਨੀਮਮ ਰਿਫਰੈਕਟਿਵ ਇੰਡੈਕਸ ਹੁੰਦਾ ਵਾ। ਕਿੰਨਾ ਮੰਨਦੇ ਆਪਾਂ 1.0003, ਯਾਨੀ ਕਿ ਆਪਾਂ ਇਹਨੂੰ 1 ਵੀ ਕਹਿ ਸਕਦੇ ਹਾਂ। ਨੈਕਸਟ ਕੁਐਸਚਨ, ਫॉर ਵਿਚ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਇਜ਼ ਮੈਕਸਿਮਮ। ਕਰੋ ਜ਼ਰਾ ਕੁ ਫਿਰ ਲਿਸਟ ਯਾਦ, ਕਿਹਦੇ 'ਚ ਮੈਕਸਿਮਮ ਸੀ? ਡਾਇਮੰਡ 'ਚ ਮੈਕਸਿਮਮ ਰਿਫਰੈਕਟਿਵ ਇੰਡੈਕਸ ਸੀ, ਕਿੰਨਾ ਸੀ? 2.42। Is it necessary that an optically denser medium should possess greater mass density than optically rarer medium? ਸੋ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਮਾਸ ਡੈਂਸਿਟੀ ਤੇ ਆਪਟੀਕਲ ਡੈਂਸਿਟੀ ਇਹ ਦੋਨੋਂ ਅਲੱਗ-ਅਲੱਗ ਹੁੰਦੇ ਆ, ਠੀਕ ਹੈ। ਸੋ ਨਹੀਂ, ਇਹ ਜ਼ਰੂਰੀ ਨਹੀਂ। ਇਹਦੇ 'ਚ ਤੁਸੀਂ ਕੈਰੋਸਿਨ ਵਾਲੀ ਐਗਜ਼ਾਮਪਲ ਯਾਦ ਕਰ ਲਓ ਵੀ ਜਿਹੜਾ ਮਿੱਟੀ ਦਾ ਤੇਲ ਆ ਭਾਵੇਂ ਉਹਦੀ ਮਾਸ ਡੈਂਸਿਟੀ ਜਿਹੜੀ ਹੁੰਦੀ ਹੈ ਉਹ ਘੱਟ ਹੁੰਦੀ ਹੈ ਪਾਣੀ ਨਾਲੋਂ, ਲੇਕਿਨ ਉਹਦੀ ਆਪਟੀਕਲ ਡੈਂਸਿਟੀ ਜ਼ਿਆਦਾ ਹੁੰਦੀ, ਇਸ ਕਰਕੇ ਉਹਦਾ ਰਿਫਰੈਕਟਿਵ ਇੰਡੈਕਸ ਵੀ ਜ਼ਿਆਦਾ ਹੁੰਦਾ ਪਾਣੀ ਨਾਲੋਂ। Next question, the refractive index of water with respect to air is 4/3. What is the refractive index of air with respect to water? देखो जे water with respect to air 4/3 आ ते air with respect to water की हो जाऊगा पुट्ठा हो जाऊगा ਇਹਦੇ ਤੋਂ, है ना। सो ये की बन जाऊगा? ये बन जाऊगा 3/4 बन जाऊगा। सो ये हो गए जी कुछ conceptual questions refractive index ਦੇ ਨਾਲ related ਤੇ ਇਸ ਵੀਡੀਓ 'ਚ ਆਪਾਂ ਇੰਨਾ ਹੀ ਕਰਦੇ ਹਾਂ। ਅਗਲੀ ਵੀਡੀਓ 'ਚ ਆਪਾਂ ਰਿਫਰੈਕਟਿਵ ਇੰਡੈਕਸ ਦੇ ਨਾਲ ਰਿਲੇਟਡ ਕੁਝ ਨੂਮੈਰੀਕਲਸ ਜਿਹੜੇ ਨੇ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ, ਰਲ ਮਿਲ ਕੇ ਕਰਾਂਗੇ, ਕਨਸੈਪਟ ਕਲੀਅਰ ਕਰਕੇ ਕਰਾਂਗੇ। ਰੱਟਾ ਆਪਾਂ ਕਿਤੇ ਵੀ ਨਹੀਂ ਮਾਰਨਾ। ਜਿੱਥੇ ਕੋਈ ਡਾਊਟ ਹੋਊਗਾ ਕਮੈਂਟ ਬਾਕਸ 'ਚ ਲਿਖ ਦਿਓ। ਇਸ ਚੈਪਟਰ ਦੀਆਂ ਜਿੰਨੀਆਂ ਵੀ ਵੀਡੀਓਜ਼ ਨੇ ਸਾਰੀਆਂ ਵੀਡੀਓਜ਼ ਦੇ ਲਿੰਕ ਤੁਹਾਨੂੰ ਜਿਹੜੇ ਨੇ ਉਹ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ। ਆਪਣੀ ਚੋਇਸ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ। ਜੇ ਬੇਟਾ ਤੁਹਾਨੂੰ ਇਹ ਵੀਡੀਓ ਜਿਹੜੀ ਆ ਯੂਜ਼ਫੁਲ ਲੱਗੀ ਹੈ ਤਾਂ ਫਿਰ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਮਿਲਾਂਗੇ ਅਗਲੀ ਵੀਡੀਓ 'ਚ ਤੇ ਕੋਸ਼ਿਸ਼ ਕਰਾਂਗੇ ਨੂਮੈਰੀਕਲਸ ਆਪਾਂ ਰਲ ਮਿਲ ਕੇ ਸੋਲਵ ਕਰੀਏ। ਇਸ ਵੀਡੀਓ ਲਈ ਇੰਨਾ ਹੀ। ਥੈਂਕ ਯੂ ਸੋ ਮਚ ਫॉर ਵਾਚਿੰਗ।